ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਪੰਜਾਬੀ ਦੀ ਔਨਲਾਈਨ ਜਮਾਤ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਬੱਚਿਓ, ਅੱਜ ਅਸੀਂ ਸੱਚਾ ਨਿਆਂ ਪਾਠ ਦਾ ਭਾਗ 2 ਪੜ੍ਹਨ ਜਾ ਰਹੇ ਹਾਂ। ਭਾਗ ਪਹਿਲਾ ਅਸੀਂ ਪਹਿਲਾਂ ਪੜ੍ਹ ਲਿਆ ਸੀ, ਜਿਸ ਵਿੱਚ ਤੁਸੀਂ ਇਹ ਪੜ੍ਹਿਆ ਸੀ ਕਿ ਇੱਕ ਰਾਜੇ ਕੋਲ ਇੱਕ ਵਪਾਰੀ ਆਪਣੀ ਫਰਿਆਦ ਲੈ ਕੇ ਆਉਂਦਾ ਹੈ। ਉਹ ਇਹ ਫਰਿਆਦ ਕਰਦਾ ਹੈ ਕਿ ਜਿੱਥੇ ਉਹ ਰਹਿੰਦਾ ਸੀ ਉੱਥੋਂ ਦੇ ਰਾਜਾ ਨੇ ਉਸ ਨੂੰ ਬਹੁਤ ਹੀ ਉਸ ਤੋਂ ਰਿਸ਼ਵਤ ਖਾਧੀ, ਉਸ ਤੋਂ ਸਾਰਾ ਉਸਦਾ ਹਿੱਸਾ ਮੰਗਿਆ ਅਤੇ ਉਹ ਆਪਣੇ ਹਿੱਸੇ ਵਿੱਚੋਂ ਉਸਨੂੰ ਜਿਵੇਂ ਜਿਵੇਂ ਦਿੰਦਾ ਸੀ ਉਵੇਂ ਉਵੇਂ ਉਸਦੀ ਭੁੱਖ ਹੋਰ ਵੱਧਦੀ ਜਾਂਦੀ ਸੀ, ਉਸਦਾ ਲਾਲਚ ਹੋਰ ਵੱਧਦਾ ਜਾਂਦਾ ਸੀ। ਅਤੇ ਉਸਨੇ ਇਹ ਫੈਸਲਾ ਕਰ ਲਿਆ ਕਿ ਉਹ ਉਸਦਾ ਰਾਜ ਛੱਡ ਕੇ ਦੂਜੇ ਰਾਜ ਵਿੱਚ ਚਲਾ ਜਾਵੇਗਾ। ਪਰ ਉਸਦੇ ਰਾਜੇ ਦਾ ਹੁਕਮ ਸੀ ਕਿ ਉਸਦੇ ਰਾਜ ਵਿੱਚੋਂ ਕੋਈ ਵੀ ਆਪਣੀ ਚੀਜ਼ ਬਾਹਰ ਨਹੀਂ ਲਿਜਾ ਸਕਦਾ ਸੀ। ਤਾਂ ਉਸ ਨੂੰ ਕੁਛ ਨਾ ਰਾਹ ਨਾ ਲੱਭਿਆ ਤਾਂ ਅੰਤ ਉਸਨੇ ਇੱਕ ਪ੍ਰਸਿੱਧ ਸਾਈਂ ਨੂੰ ਮਿਲ ਕੇ ਉਸ ਨੂੰ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਮੈਂ ਸਾਰਾ ਸਮਾਨ ਤੁਸੀਂ ਮੇਰਾ ਆਪਣੇ ਕੋਲ ਰੱਖ ਲਓ, ਨਾਲ ਦੇ ਦੇਸ਼ ਪਹੁੰਚਾ ਦਿਓ ਅਤੇ ਮੈਂ ਤੁਹਾਨੂੰ 100 ਮੋਹਰਾਂ ਦਿਆਂਗਾ। ਉਹ ਮੰਨ ਗਿਆ ਅਤੇ ਉਸਨੇ ਆਪਣਾ ਸਾਰਾ ਸੋਨਾ, ਹੀਰੇ, ਮੋਹਰਾਂ ਅਤੇ ਸਭ ਗਹਿਣੇ ਉਸਨੂੰ ਦੇ ਦਿੱਤੇ। ਪਰ ਉਹ ਸਮਾਨ ਉਸਨੇ ਨਹੀਂ ਪਹੁੰਚਾਇਆ ਅਤੇ ਉਹ ਮੁੱਕਰ ਗਿਆ। ਜਦੋਂ ਉਸਨੂੰ ਢੂੰਢ ਰਿਹਾ ਸੀ ਤਾਂ ਉਸਨੇ ਉਹਨੂੰ ਹੀ ਪੁੱਛ ਲਿੱਤਾ ਕਿ ਤੁਸੀਂ ਸਾਈਂ ਜੀ ਨੂੰ ਵੇਖਿਆ ਹੈ। ਹੁਣ ਜਿਹੜਾ ਸਾਈਂ ਸੀ ਉਹ ਪੈਸੇ ਦੇ ਲਾਲਚ ਵਿੱਚ ਉਸਨੇ ਆਪਣੇ ਸਾਰੇ ਵਾਲ ਕਟਵਾ ਦਿੱਤੇ ਅਤੇ ਇੱਕ ਬੋਦੀ ਰੱਖ ਲਈ ਅਤੇ ਇੱਕ ਪੰਡਤ ਦਾ ਰੂਪ ਧਾਰ ਲਿਆ। ਪਰ ਉਹ ਵਪਾਰੀ ਉਸਨੂੰ ਪੰਡਤ ਦੇ ਰੂਪ ਵਿੱਚ ਵੀ ਪਛਾਣ ਲੈਂਦਾ ਹੈ, ਪਰ ਉਹ ਨਹੀਂ ਮੰਨਦਾ। ਸੋ ਉਹ ਰਾਜੇ ਨੂੰ ਜਾ ਕੇ ਦੂਜੇ ਰਾਜੇ ਨੂੰ ਫਰਿਆਦ ਕਰਦਾ ਹੈ ਜਾ ਕੇ ਕਿ ਨਿਆਂ ਕੀਤਾ ਜਾਵੇ। ਤਾਂ ਰਾਜਾ ਸੇਵਾਦਾਰਾਂ ਨੂੰ ਹੁਕਮ ਦਿੰਦਾ ਹੈ ਕਿ ਜਾ ਕੇ ਉਸ ਪੰਡਤ ਨੂੰ ਨਾਲ ਲੈ ਕੇ ਆਓ। ਅਸੀਂ ਇੱਥੇ ਤੱਕ ਪੜ੍ਹਿਆ ਸੀ, ਇਸ ਤੋਂ ਅੱਗੇ ਅਸੀਂ ਹੁਣ ਪੜ੍ਹਦੇ ਹਾਂ। ਤਾਂ ਜਿਹੜਾ ਰਾਜਾ ਸੀ ਉਸਨੇ ਹੁਕਮ ਦਿੱਤਾ ਆਪਣੇ ਸੇਵਾਦਾਰਾਂ ਨੂੰ ਕਿ ਜਾ ਕੇ ਉਸ ਪੰਡਤ ਨੂੰ ਬੁਲਾ ਕੇ ਲੈ ਕੇ ਆਓ। ਤਾਂ ਉਹ ਲੈਣ ਵਾਸਤੇ ਚਲੇ ਜਾਂਦੇ ਹਨ। ਹੁਣ ਰਾਜਾ ਮੰਤਰੀ ਨੂੰ ਕਹਿ ਰਿਹਾ ਹੈ, ਮੰਤਰੀ ਜੀ, ਸੁਣਿਆ ਜੇ ਸਾਈਆਂ ਦਾ ਇਹ ਹਾਲ ਹੈ ਤਾਂ ਦੇਸ਼ ਦਾ ਕੀ ਬਣੇਗਾ। ਹੁਣ ਰਾਜਾ ਬਹੁਤ ਹੀ ਫਿਕਰਮੰਦ ਹੈ ਕਿ ਜੇ ਸਾਈਂ ਇਹੋ ਜਿਹਾ ਹੋਏਗਾ ਜਿਹੜਾ ਨਾ ਧਰਮੀ ਬੰਦਾ ਹੈ, ਉਹ ਮੁੱਕਰ ਸਕਦਾ ਹੈ, ਝੂਠ ਬੋਲ ਸਕਦਾ ਹੈ, ਪਾਖੰਡ ਕਰ ਸਕਦਾ ਹੈ, ਤਾਂ ਦੇਸ਼ ਦਾ ਕੀ ਬਣੇਗਾ। ਮੰਤਰੀ ਜੀ, ਇਹੋ ਜਿਹੇ ਸਾਈਂ ਨੂੰ ਤਾਂ ਬਹੁਤ ਸਖਤ ਦੰਡ ਦੇਣਾ ਚਾਹੀਦਾ ਹੈ। ਦੰਡ ਦਾ ਮਤਲਬ ਹੈ ਸਜ਼ਾ ਦੇਣੀ ਚਾਹੀਦੀ ਹੈ। ਉਹ ਚੋਰ ਵੀ ਹੈ। ਕੌਣ ਹੈ ਚੋਰ? ਉਹ ਸਾਈਂ। ਧੋਖੇਬਾਜ਼ ਵੀ ਹੈ ਅਤੇ ਮਿੱਤਰ ਧਰੋਹੀ ਵੀ ਹੈ। ਮਿੱਤਰ ਧਰੋਹੀ ਦਾ ਅਰਥ ਹੈ ਮਿੱਤਰ ਨੂੰ ਧੋਖਾ ਦੇਣ ਵਾਲਾ, ਧਰੋਹ ਕਰਨ ਵਾਲਾ। ਸੋ ਰਾਜਾ ਕਹਿੰਦਾ ਹੈ ਫਿਰ ਮੇਰਾ ਵੀ ਇਹੋ ਵਿਚਾਰ ਏ, ਇਸ ਨੂੰ ਸਖਤ ਦੰਡ ਦਿੱਤਾ ਜਾਵੇ। ਕਿੰਨਾ ਅਨਰਥ ਹੈ। ਅਨਰਥ ਦਾ ਅਰਥ ਹੈ ਬੇਇਨਸਾਫੀ, ਜ਼ੁਲਮ, ਕਿ ਕਿੰਨੀ ਬੇਇਨਸਾਫੀ ਹੈ, ਕਿੰਨਾ ਅਨਰਥ ਹੈ ਕਿ ਇਹ ਪੈਸੇ ਦੀ ਖਾਤਰ ਆਪਣਾ ਧਰਮ ਵੀ ਬਦਲ ਲੈਂਦੇ ਨੇ, ਕਿ ਸਾਈਂ ਨੇ ਪੈਸੇ ਦੀ ਖਾਤਰ ਆਪਣਾ ਧਰਮ ਵੀ ਬਦਲ ਲਿਆ ਸੀ। ਸੇਵਾਦਾਰ ਝੁੱਕ ਕੇ ਪ੍ਰਣਾਮ ਕਰਦਾ ਹੋਇਆ, ਹਜ਼ੂਰ ਆ ਗਿਆ ਹੈ ਪੰਡਤ। ਹੁਣ ਜਿਹੜਾ ਸੇਵਾਦਾਰ ਸੀ ਉਹ ਪੰਡਤ ਨੂੰ ਲੈ ਕੇ ਦਰਬਾਰ ਵਿੱਚ ਆ ਗਿਆ ਹੈ। ਰਾਜਾ ਹਾਜ਼ਰ ਕਰੋ। ਸੇਵਾਦਾਰ ਬਹੁਤ ਅੱਛਾ ਜੀ। ਬਾਹਰ ਜਾਂਦਾ ਹੈ। ਸੇਵਾਦਾਰ ਦੋਹਾਂ ਨੂੰ ਲੈ ਕੇ ਆਉਂਦਾ ਹੈ। ਪੰਡਤ ਤੇ ਵਪਾਰੀ ਦੋਵੇਂ ਝੁੱਕ ਕੇ ਪ੍ਰਣਾਮ ਕਰਦੇ ਹਨ। ਇਸ ਤਰ੍ਹਾਂ ਜਿਹੜਾ ਸੇਵਾਦਾਰ ਹੈ ਉਸ ਪੰਡਤ ਨੂੰ ਲੈ ਕੇ ਦਰਬਾਰ ਵਿੱਚ ਹਾਜ਼ਰ ਹੋ ਜਾਂਦਾ ਹੈ। ਰਾਜਾ, ਪੰਡਤ ਜੀ, ਇਹ ਵਪਾਰੀ ਦਾ ਕਹਿਣਾ ਹੈ ਕਿ ਇਸਨੇ ਤੁਹਾਨੂੰ ਕਾਫੀ ਸਾਰਾ ਧਨ ਇੱਥੇ ਲਿਆਉਣ ਲਈ ਦਿੱਤਾ ਸੀ। ਹਜ਼ੂਰ, ਇਹ ਮੈਨੂੰ ਮਿਲਿਆ ਹੀ ਨਹੀਂ। ਇਹ ਮੇਰੇ 'ਤੇ ਐਵੇਂ ਸ਼ੱਕ ਕਰਦਾ ਏ। ਇਸਨੇ ਆਪਣਾ ਮਾਲ ਕਿਸੇ ਮੁਸਲਮਾਨ ਸਾਈਂ ਨੂੰ ਦਿੱਤਾ ਸੀ, ਮੈਨੂੰ ਨਹੀਂ। ਮੈਂ ਤਾਂ ਪੰਡਤ ਹਾਂ। ਪੰਡਤ ਗੱਲਾਂ ਕਰਦਾ ਕਰਦਾ ਆਪਣਾ ਹੱਥ ਸਿਰ 'ਤੇ ਫੇਰੀ ਜਾਂਦਾ ਹੈ। ਜਦ ਰਾਜੇ ਨੇ ਪੰਡਤ ਨੂੰ ਪੁੱਛਿਆ ਕਿ ਹਾਂ ਇਹ ਵਪਾਰੀ ਇਸ ਤਰ੍ਹਾਂ ਕਹਿ ਰਿਹਾ ਹੈ, ਤਾਂ ਉਹ ਕਹਿੰਦਾ ਨਹੀਂ, ਇਹ ਤਾਂ ਐਵੇਂ ਮੇਰੇ 'ਤੇ ਸ਼ੱਕ ਕਰ ਰਿਹਾ ਹੈ। ਇਸਨੇ ਤਾਂ ਮੁਸਲਮਾਨ ਨੂੰ ਦਿੱਤਾ ਸੀ, ਮੈਂ ਤਾਂ ਇੱਕ ਪੰਡਤ ਹਾਂ। ਪਰ ਉਹ ਗੱਲ ਕਰਦੇ ਕਰਦੇ ਆਪਣੇ ਸਿਰ 'ਤੇ ਹੱਥ ਫੇਰੀ ਜਾਂਦਾ ਹੈ। ਰਾਜਾ, ਅੱਛਾ, ਤੁਸੀਂ ਨਹੀਂ ਲਿਆ ਇਸ ਦਾ ਧਨ? ਪੰਡਤ, ਬਿਲਕੁਲ ਨਹੀਂ ਜੀ, ਮੈਂ ਤਾਂ ਇਸ ਨੂੰ ਜਾਣਦਾ ਵੀ ਨਹੀਂ। ਹੁਣ ਜਿਹੜਾ ਪੰਡਤ ਹੈ ਬਿਲਕੁਲ ਅਣਜਾਣ ਬਣ ਰਿਹਾ ਹੈ ਅਤੇ ਕਹਿ ਰਿਹਾ ਕਿ ਮੈਂ ਤਾਂ ਇਸ ਨੂੰ ਜਾਣਦਾ ਹੀ ਨਹੀਂ ਹਾਂ। ਰਾਜਾ ਵਪਾਰੀ ਵੱਲ, ਹਾਂ ਬਈ, ਤੂੰ ਕੀ ਕਹਿਣਾ ਚਾਹੁੰਦਾ ਹੈ? ਵਪਾਰੀ ਕੀ ਕਹਿੰਦਾ ਹੁਣ? ਹਜ਼ੂਰ, ਮੈਂ ਇਸ ਨੂੰ ਆਪਣਾ ਸਾਰਾ ਧਨ ਦਿੱਤਾ ਸੀ। ਇਸ ਨੇ ਇੱਥੇ ਆ ਕੇ ਆਪਣੇ
ਵਾਲ ਕਟਾ ਕੇ ਰੂਪ ਵਟਾ ਲਏ ਨੇ। ਵਾਲ ਕਟਾ ਕੇ ਕੀ ਬਣ ਗਿਆ ਹੈ? ਪੰਡਤ ਦਾ ਰੂਪ ਧਾਰ ਲਿਆ ਹੈ। ਇਹੋ ਸਾਈਂ ਹੈ ਜਿਸ ਨੂੰ ਮੈਂ ਆਪਣਾ ਮਾਲ ਦਿੱਤਾ ਸੀ। ਮਾਲ ਮਤਲਬ ਹੀਰੇ ਜਵਾਹਰਾਤ ਪੈਸਾ ਦਿੱਤਾ ਸੀ। ਪੰਡਤ, ਵੇਖੋ ਜੀ, ਇਹ ਮੇਰੇ ਉੱਤੇ ਐਵੇਂ ਦੂਸ਼ਣ ਲਾ ਰਿਹਾ ਹੈ। ਦੂਸ਼ਣ ਦਾ ਕੀ ਅਰਥ ਹੈ? ਦੋਸ਼ ਲਾ ਰਿਹਾ ਹੈ, ਇਲਜ਼ਾਮ ਲਾ ਰਿਹਾ, ਝੂਠੇ ਇਲਜ਼ਾਮ ਲਗਾ ਰਿਹਾ ਹੈ। ਇਹ ਝੂਠ ਬੋਲ ਰਿਹਾ ਹੈ। ਇੱਕ ਪੰਡਤ ਦੀ ਬੇਇੱਜ਼ਤੀ ਕਰ ਰਿਹਾ ਹੈ। ਹੁਣ ਉਹ ਕਹਿੰਦਾ ਕਿ ਇਹ ਤਾਂ ਪੰਡਿਤ ਦੀ ਬੇਇੱਜ਼ਤੀ ਕਰ ਰਿਹਾ ਹੈ, ਇਹ ਮੇਰੇ 'ਤੇ ਝੂਠਾ ਇਲਜ਼ਾਮ ਲਗਾ ਰਿਹਾ ਹੈ। ਉਹ ਮੰਨਦਾ ਹੀ ਨਹੀਂ ਹੈ। ਰਾਜਾ ਵਪਾਰੀ ਵੱਲ ਹੋ ਕੇ, ਹਾਂ ਬਈ, ਤੈਨੂੰ ਭੁਲੇਖਾ ਤਾਂ ਨਹੀਂ ਲੱਗਾ? ਹੁਣ ਰਾਜਾ ਬਾਰ-ਬਾਰ ਦੁਬਾਰਾ ਪੁੱਛ ਰਿਹਾ ਵਪਾਰੀ ਨੂੰ ਕਿ ਤੁਹਾਨੂੰ ਭੁਲੇਖਾ ਤਾਂ ਨਹੀਂ ਲੱਗਿਆ? ਭੁਲੇਖਾ ਮਤਲਬ ਤੁਹਾਨੂੰ ਕੋਈ ਭਰਮ ਤਾਂ ਨਹੀਂ ਹੈ ਕਿ ਇਹੀ ਪੰਡਤ ਹੈ ਨਾ ਜਿਹਦੇ ਕੋਲ ਸਾਈਂ ਨੂੰ ਦਿੱਤੇ ਸੀ ਨਾ ਤੁਸੀਂ ਪੈਸੇ? ਵਪਾਰੀ, ਜੀ ਬਿਲਕੁਲ ਨਹੀਂ, ਇਹੋ ਸਾਈਂ ਹੈ, ਇਸੇ ਨੂੰ ਮੈਂ ਧਨ ਦਿੱਤਾ ਸੀ। ਹੁਣ ਵਪਾਰੀ ਕਹਿੰਦਾ, ਨਹੀਂ ਜੀ ਨਹੀਂ, ਇਹ ਸਾਈਂ ਹੈ, ਮੈਂ ਇਹਨੂੰ ਹੀ ਪੈਸੇ ਦਿੱਤੇ ਸੀ, ਆਪਣਾ ਸਾਰਾ ਮਾਲ ਦਿੱਤਾ ਸੀ। ਰਾਜਾ ਵਪਾਰੀ ਨੂੰ, ਤੁਸੀਂ ਝੂਠੇ ਹੋ, ਇਹ ਉਹ ਸਾਈਂ ਨਹੀਂ ਜਿਸ ਨੂੰ ਤੁਸੀਂ ਆਪਣਾ ਮਾਲ ਦਿੱਤਾ ਸੀ। ਇਸ ਲਈ ਤੁਹਾਨੂੰ 20 ਮੋਹਰਾਂ ਝੂਠ ਬੋਲਣ ਦਾ ਦੰਡ ਲਾਇਆ ਜਾਂਦਾ ਹੈ। ਹੁਣ ਰਾਜੇ ਨੇ ਉਸ ਨੂੰ ਕੀ ਲਗਾਤਾ? 20 ਮੋਹਰਾਂ ਝੂਠ ਬੋਲਣ ਦਾ ਦੰਡ ਲਗਾਤਾ ਕਿ ਤੁਹਾਨੂੰ 20 ਮੋਹਰਾਂ ਜਮ੍ਹਾਂ ਕਰਾਉਣੀਆਂ ਪੈਣਗੀਆਂ, ਅਤੇ ਕਿਹਾ ਕਿ ਜਾਓ ਖਜ਼ਾਨੇ ਵਿੱਚ ਮੋਹਰਾਂ ਜਮ੍ਹਾਂ ਕਰਾਓ। ਰਾਜੇ ਨੇ ਹੁਕਮ ਦੇ ਦਿੱਤਾ ਉਸ ਵਪਾਰੀ ਨੂੰ। ਹੁਣ ਵਪਾਰੀ ਕਹਿਣ ਲੱਗਿਆ, ਹਜ਼ੂਰ, ਇਹ ਬੇਇਨਸਾਫੀ ਏ, ਮੈਂ ਝੂਠ ਨਹੀਂ ਬੋਲ ਰਿਹਾ, ਇਹੋ ਸਾਈਂ ਹੈ। ਅੱਗੇ ਆਪ ਦਾ ਜੋ ਹੁਕਮ, ਜੋ ਤੁਹਾਡੀ ਆਗਿਆ ਹੈ, ਹੁਕਮ ਹੈ, ਮੈਂ ਮੰਨਾਂਗਾ, ਪਰ ਇਹ ਬੇਇਨਸਾਫੀ ਹੈ। ਰਾਜਾ, ਸਾਡਾ ਇਨਸਾਫ ਬਿਲਕੁਲ ਠੀਕ ਹੈ, ਜਾਓ ਮੋਹਰਾਂ ਜਮ੍ਹਾਂ ਕਰਾਓ। ਜਾਓ ਪੰਡਤ ਜੀ, ਇਸ ਮੂਰਖ ਨੇ, ਮੂਰਖ ਮਤਲਬ ਇਹਨੂੰ ਅਕਲ ਨਹੀਂ ਹੈ, ਇਸ ਮੂਰਖ ਨੇ ਐਵੇਂ ਤੁਹਾਡੇ 'ਤੇ ਸ਼ੱਕ ਕੀਤਾ ਹੈ। ਤਾਂ ਉਹ ਪੂਰਾ ਰਾਜਾ ਜਿਹੜਾ ਹੈ ਉਹ ਪੰਡਤ ਨੂੰ ਕਹਿੰਦਾ ਕਿ ਜਾਓ, ਇਹ ਤਾਂ ਐਵੇਂ ਤੁਹਾਡੇ 'ਤੇ ਸ਼ੱਕ ਕਰ ਰਿਹਾ ਹੈ। ਪੰਡਤ ਖੁਸ਼ੀ ਜਾਣ ਲੱਗਦਾ ਹੈ, ਉਹ ਖੁਸ਼ ਹੋ ਜਾਂਦਾ ਹੈ। ਵਪਾਰੀ ਬਹੁਤ ਉਦਾਸ ਹੈ। ਕਿਉਂ ਉਦਾਸ ਹੈ? ਕਿਉਂਕਿ ਉਹਨੂੰ ਇਹ ਲੱਗਦਾ ਕਿ ਰਾਜੇ ਨੇ ਉਸ ਨਾਲ ਨਿਆਂ ਨਹੀਂ ਕੀਤਾ। ਵਪਾਰੀ, ਮਹਾਰਾਜ, ਆਪ ਜੀ ਦੇ ਨਿਆਂ ਦੀਆਂ ਤਾਂ ਧੁੰਮਾਂ ਪਈਆਂ ਹੋਈਆਂ ਹਨ। ਧੁੰਮਾਂ ਮਤਲਬ ਇੰਨੀ ਪ੍ਰਸਿੱਧੀ ਹੈ, ਤੁਸੀਂ ਇੰਨੇ ਪ੍ਰਸਿੱਧ ਹੋ, ਮਸ਼ਹੂਰ ਹੋ ਕਿ ਰਾਜਾ ਤਾਂ ਸਭ ਤੋਂ ਚੰਗਾ ਨਿਆਂ ਕਰਦਾ ਹੈ, ਪਰ ਤੁਸੀਂ ਕੋਈ ਚੰਗਾ ਨਿਆਂ ਨਹੀਂ ਕੀਤਾ। ਰਾਜਾ, ਜਾਓ, ਨਿਆਂ ਉਹ ਨਹੀਂ ਜਿਹੜਾ ਤੁਹਾਨੂੰ ਠੀਕ ਲੱਗਦਾ ਏ, ਨਿਆਂ ਉਹ ਠੀਕ ਹੈ ਜਿਹੜਾ ਅਸੀਂ ਸਿਆਣਪ ਨਾਲ ਕੀਤਾ ਏ। ਜਾਓ ਮੋਹਰਾਂ ਜਮ੍ਹਾਂ ਕਰਾਓ। ਹੁਣ ਰਾਜੇ ਨੇ ਕੀ ਕਿਹਾ ਕਿ ਮੈਂ ਜੋ ਕਰ ਰਿਹਾ ਹਾਂ ਉਹ ਬਿਲਕੁਲ ਠੀਕ ਕਰ ਰਿਹਾ ਹਾਂ, ਸਿਆਣਪ ਨਾਲ ਕਰ ਰਿਹਾ ਹਾਂ, ਸਮਝਦਾਰੀ ਨਾਲ ਕਰ ਰਿਹਾ ਹਾਂ। ਪੰਡਤ ਜੀ, ਇਹ ਜਿਵੇਂ ਤੁਹਾਡੇ ਨਿਆਂ 'ਤੇ ਸ਼ੱਕ ਕਰ ਰਿਹਾ ਹੈ, ਇਵੇਂ ਹੀ ਇਹ ਮੇਰੇ 'ਤੇ ਸ਼ੱਕ ਕਰਦਾ ਏ। ਪੰਡਤ ਤੇ ਵਪਾਰੀ ਤੁਰ ਪੈਂਦੇ ਹਨ। ਜਦ ਦਰਵਾਜ਼ੇ ਦੇ ਕੋਲ ਜਾਂਦੇ ਹਨ ਤਾਂ ਰਾਜਾ ਪਰਖਣ ਲਈ ਆਵਾਜ਼ ਮਾਰਦਾ ਹੈ। ਹੁਣ ਰਾਜੇ ਦਾ ਵੀ ਇਸ ਵਿੱਚ ਸਮਝਦਾਰੀ ਹੈ, ਦਿਮਾਗ ਨਾਲ ਕੰਮ ਕਰ ਰਿਹਾ ਹੈ, ਉਹਦੇ ਦਿਮਾਗ ਵਿੱਚ ਕੁਝ ਹੋਰ ਚੱਲ ਰਿਹਾ। ਜਿਵੇਂ ਹੀ ਉਹ ਜਾਣ ਲੱਗਦੇ ਹਨ, ਉਹ ਆਵਾਜ਼ ਮਾਰਦਾ ਹੈ, ਰਾਜਾ, ਸਾਈਂ ਜੀ, ਮੇਰੀ ਗੱਲ ਤਾਂ ਜਰਾ ਸੁਣਿਓ। ਪੰਡਤ ਮੁੜ ਕੇ ਉਸੇ ਵੇਲੇ ਰਾਜੇ ਕੋਲ ਆ ਜਾਂਦਾ ਹੈ। ਹੁਣ ਤੁਸੀਂ ਦੇਖਿਆ ਹੋਏਗਾ ਕਿ ਜਿੱਦਾਂ ਕੋਈ ਨਾਮ ਹੋਏਗਾ ਉਸਨੂੰ ਆਵਾਜ਼ ਮਾਰੋ ਤਾਂ ਉਹ ਫਟ ਆ ਜਾਂਦਾ ਹੈ। ਇਸ ਤਰ੍ਹਾਂ ਜਦ ਰਾਜੇ ਨੇ ਸਾਈਂ ਜੀ ਬੋਲਿਆ ਤਾਂ ਜਿਹੜਾ ਪੰਡਤ ਸਾਈਂ ਦੇ ਰੂਪ ਵਿੱਚ ਸੀ ਉਹ ਫਟ ਰਾਜੇ ਦੇ ਕੋਲ ਆ ਗਿਆ। ਇਸ ਤੋਂ ਇਹ ਸਿੱਧ ਹੋ ਗਿਆ ਕਿ ਅਸਲ ਵਿੱਚ ਉਹ ਸਾਈਂ ਹੀ ਹੈ, ਕਿਉਂਕਿ ਉਹ ਸਾਈਂ ਜੀ ਨਾਮ ਸੁਣ ਕੇ ਰਾਜੇ ਕੋਲ ਆ ਗਿਆ ਸੀ। ਪੰਡਤ, ਦੱਸੋ ਹਜ਼ੂਰ, ਕੀ ਹੁਕਮ ਹੈ? ਰਾਜਾ, ਤੁਸੀਂ ਸਾਈਂ ਹੋ, ਤੁਸੀਂ ਸਾਈਂ ਦੀ ਆਵਾਜ਼ ਨਾਲ ਮੁੜ ਆਏ ਹੋ, ਯਾਨੀ ਕਿ ਵਾਪਸ ਆ ਗਏ ਹੋ, ਇਸ ਲਈ ਤੁਸੀਂ ਸਾਈਂ ਹੀ ਹੋ। ਤੁਸੀਂ ਝੂਠੇ ਹੋ, ਤੁਸੀਂ ਚੋਰ ਹੋ, ਤੁਸੀਂ ਪਖੰਡੀ ਹੋ, ਤੁਹਾਨੂੰ ਹੁਣੇ ਕੈਦ ਕੀਤਾ ਜਾਂਦਾ ਹੈ। ਮੈਂ ਇਹੋ ਜਿਹੇ ਪਖੰਡੀ ਆਦਮੀ ਨੂੰ ਖਿਮਾ ਨਹੀਂ ਕਰ ਸਕਦਾ। ਖਿਮਾ ਦਾ ਅਰਥ ਹੈ ਮਾफ़, ਕਿ ਮੈਂ ਮਾफ़ ਨਹੀਂ ਕਰ ਸਕਦਾ, ਮਾफ़ੀ ਨਹੀਂ ਦੇ ਸਕਦਾ, ਕਿਉਂਕਿ ਤੁਸੀਂ ਬਹੁਤ ਵੱਡੀ ਉਹਦੇ ਨਾਲ ਠੱਗੀ ਕੀਤੀ ਹੈ, ਤੁਸੀਂ ਝੂਠ ਬੋਲਿਆ ਹੈ ਅਤੇ ਤੁਸੀਂ ਪਖੰਡੀ ਹੋ। ਇਸ ਤਰ੍ਹਾਂ ਰਾਜਾ ਜਿਹੜਾ ਹੈ ਉਹ ਸਹੀ ਨਿਆਂ ਕਰਦਾ ਹੈ। ਸੇਵਾਦਾਰ, ਮੁਕੱਦਮ ਨੂੰ ਬੁਲਾਓ। ਮੁਕੱਦਮ ਕੌਣ ਹੈ? ਜਿਹੜਾ ਕਿ ਕੋਤਵਾਲ, ਕਿ ਉਹਨੂੰ ਬੁਲਾ ਕੇ ਲਿਆਇਆ ਜਾਏ ਤਾਂ ਕਿ ਉਸਨੂੰ ਗ੍ਰਿਫਤਾਰ ਕੀਤਾ ਜਾਵੇ। ਸੇਵਾਦਾਰ, ਬਹੁਤ ਅੱਛਾ, ਜਾਂਦਾ ਹੈ। ਪੰਡਤ ਜੀ, ਮੈਂ ਨਿਰਦੋਸ਼ ਹਾਂ। ਨਿਰਦੋਸ਼ ਦਾ ਮਤਲਬ ਬੇਗੁਨਾਹ। ਹੁਣ ਆਪਣੀ ਬੇਗੁਨਾਹੀ ਸਾਬਿਤ ਕਰ ਕੇ, ਨਹੀਂ ਮੈਂ ਤਾਂ ਨਿਰਦੋਸ਼ ਹਾਂ। ਰਾਜੇ ਨੇ ਕਿਹਾ, ਚੁੱਪ ਰਹੋ। ਵਪਾਰੀ, ਮਹਾਰਾਜ, ਸੱਚਮੁੱਚ ਧੰਨ ਹੈ ਆਪ ਦਾ ਇਨਸਾਫ, ਆਪ ਸੱਚਮੁੱਚ ਹੀ ਮਹਾਨ ਹੋ। ਕੋਤਵਾਲ ਆਉਂਦਾ ਹੈ। ਹੁਣ ਜਿਹੜਾ ਵਪਾਰੀ ਸੀ ਉਹ ਮਹਾਰਾਜ ਦਾ ਧੰਨਵਾਦ ਕਰਦਾ ਹੈ। ਕੋਤਵਾਲ ਆ ਗਿਆ। ਕੋਤਵਾਲ, ਹੁਕਮ ਹਜ਼ੂਰ। ਰਾਜਾ, ਇਸ ਪੰਡਤ ਨੂੰ ਲੈ ਜਾਵੋ, ਇਸ ਦੇ ਘਰ ਦੀ ਤਲਾਸ਼ੀ ਲੈ ਕੇ ਇਸ ਦਾ ਸਾਰਾ ਮਾਲ ਇੱਥੇ ਦਰਬਾਰ ਵਿੱਚ ਲਿਆਓ,
ਇਸ ਤੋਂ ਬਾਅਦ ਇਸ ਨੂੰ ਜੇਲ੍ਹ ਵਿੱਚ ਸੁੱਟ ਦੇਵੋ। ਉਸਨੇ ਕੋਤਵਾਲ ਸਾਹਿਬ ਨੂੰ ਹੁਕਮ ਦੇ ਦਿੱਤਾ ਕਿ ਇਸ ਦਾ ਘਰ ਦੀ ਤਲਾਸ਼ੀ ਲੈ ਕੇ ਸਮਾਨ ਲੈ ਕੇ ਇਸ ਨੂੰ ਜੇਲ੍ਹ ਵਿੱਚ ਸੁੱਟ ਦਿਓ। ਕੋਤਵਾਲ, ਬਹੁਤ ਅੱਛਾ ਹਜ਼ੂਰ ਰਾਜਾ, ਹੁਣੇ ਕਰੋ ਇਹ ਸਭ ਕੁਝ। ਕੋਤਵਾਲ ਪੰਡਤ ਨੂੰ ਲੈ ਕੇ ਜਾਂਦਾ ਹੈ, ਪਰਦਾ ਡਿੱਗਦਾ ਹੈ ਅਤੇ ਜਿਹੜਾ ਕੋਤਵਾਲ ਹੁੰਦਾ ਹੈ ਉਹ ਪੰਡਤ ਨੂੰ ਲੈ ਕੇ ਚਲਾ ਜਾਂਦਾ ਹੈ। ਅਤੇ ਇਸੀ ਤਰ੍ਹਾਂ ਰਾਜੇ ਨੇ ਆਪਣੀ ਸਮਝਦਾਰੀ ਨਾਲ, ਸਿਆਣਪ ਨਾਲ ਨਿਆਂ ਕੀਤਾ ਅਤੇ ਅਸਲੀ ਜਿਹੜਾ ਮੁਜਰਿਮ ਸੀ ਉਸਨੂੰ ਅੱਗੇ ਲਿਆਂਦਾ ਕਿ ਇਹੀ ਹੈ ਅਸਲ ਵਿੱਚ ਜਿਹੜਾ ਜਿਹਨੇ ਗਲਤੀ ਕੀਤੀ ਹੈ, ਧੋਖਾ ਕੀਤਾ ਹੈ, ਉਹ ਸਾਈਂ ਹੈ, ਉਹ ਪੰਡਤ ਹੀ ਸੀ ਜਿਹੜਾ ਸਾਈਂ ਤੋਂ ਪੰਡਤ ਬਣਿਆ ਸੀ। ਇਸ ਤਰ੍ਹਾਂ ਰਾਜੇ ਨੇ ਸਹੀ ਇਨਸਾਫ ਕੀਤਾ। ਸੋ ਬੱਚਿਓ, ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਸਮਝ ਆ ਗਈ ਹੋਵੇਗੀ। ਜੇ ਕੋਈ ਵੀ ਤੁਹਾਡੀ ਹਾਲੇ ਵੀ ਕੋਈ ਤੁਹਾਨੂੰ ਸ਼ੰਕਾ ਹੋਵੇ ਤਾਂ WhatsApp ਵਿੱਚ ਪੁੱਛ ਸਕਦੇ ਹੋ। ਅਤੇ ਇਸ ਪਾਠ ਨਾਲ ਸੰਬੰਧਿਤ ਮੈਂ ਵਰਕਸ਼ੀਟ ਵੀ ਭੇਜ ਰਹੀ ਹਾਂ, ਸਾਰੇ ਬੱਚਿਆਂ ਨੇ ਉਹ ਪੰਜਾਬੀ ਦੀ ਕਾਪੀ ਵਿੱਚ ਕਰਨੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।